हाँ जी बेटा, तो नैक्सट पॉलीगॉन क्लिपिंग एल्गोरिदम्स का सारा टॉपिक चल रहा, जिहदे विच आपां देखिया सी कि जिहड़ी सदरलैंड हॉजमैन की एल्गोरिदम है ना, वो कन्वैक्स पॉलीगॉन्स नाल तां बहुत वधिया काम कर लैंदे, बट दिक्कत आउंदी सी जदों कनकेव पॉलीगॉन्स जिहदा इंटीरियर एंगल मोर दैन 180 डिग्री सी, तो उदों जिहड़ी सदरलैंड की एल्गोरिदम वो काम ही नहीं सी कर पाउंदी। मतलब काम तो करदी सी ओबीअस कि वो ना कुछ एक्सट्रा लाइनस प्रोड्यूस कर दिंदी सी जो कि एक्चुअल दे विच है नहीं सी। ਤਾਂ ਹੁਣ ਕੀ ਹੈ, ਇਹ ਟੌਪਿਕ ਚੱਕ ਕੇ ਫਿਰ ਵੇਲਰ ਨੇ ਇੱਕ ਐਲਗੋਰਿਦਮ ਦਿੱਤੀ ਜਿਹਦੇ ਵਿੱਚ ਉਹਨੇ ਕਿਹਾ ਕਿ ਅਸੀਂ ਸਿਰਫ ਪੋਲੀਗਨ ਦੇ ਐਜਿਸ ਤੇ ਵਰਟੈਕਸ 'ਤੇ ਕੰਮ ਕਰਨ ਦੀ ਜਗ੍ਹਾ ਉਹਦੀ ਬਾਉਂਡਰੀ, ਮਤਲਬ ਜਿਹੜੀ ਵਿੰਡੋ ਦੀ ਬਾਉਂਡਰੀ ਹੈ ਉਹਦੇ 'ਤੇ ਵੀ ਕੰਮ ਕਰੀਏ ਤਾਂ ਅਸੀਂ ਇਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ। ਤਾਂ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਸੀ ਕਿ ਜਿਹੜੀ ਤੁਹਾਡੀ ਲਾਈਨ ਦੀ ਕਲਿੱਪਿੰਗ ਹੈ ਬੇਟਾ, ਉਹ ਦੋ ਚੀਜ਼ਾਂ 'ਤੇ ਦੇਖੋ ਡਿਪੈਂਡ ਕਰੂਗੀ। ਤੁਹਾਡੀ ਇੱਕ ਤਾਂ ਡਾਇਰੈਕਸ਼ਨ ਆਫ ਦਾ ਪੋਲੀਗਨ ਪ੍ਰੋਸੈਸਿੰਗ, ਕਿ ਅਸੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹਾਂ, ਇੱਕ ਪੇਅਰ ਬਣਾ ਕੇ, ਠੀਕ ਹੈ, ਕਿ ਉਹ ਆਊਟ ਤੋਂ ਇਨ ਹੈ ਜਾਂ ਇਨ ਤੋਂ ਆਊਟ, ਉਹਦੇ ਅਕੋਰਡਿੰਗ ਅਸੀਂ ਦੋ ਰੂਲਸ ਕਲੌਕਵਾਈਜ਼ ਦੇ ਲਈ ਅਸੀਂ ਗੱਲ ਕਰ ਰਹੇ ਹਾਂ, ਜੋ ਅਸੀਂ ਇਸ ਬੁੱਕ ਦੇ ਵਿੱਚ ਡਿਸਕਸ ਕਰਾਂਗੇ। ਅਸੀਂ ਦੋ ਰੂਲਸ ਫੋਲੋ ਕਰਾਂਗੇ ਅਤੇ ਉਹ ਦੋ ਰੂਲਸ ਸਾਡੇ ਕਿਹੜੇ ਹੋਣਗੇ, ਜੇ ਆਊਟ ਤੋਂ ਇਨ ਹੋਊਗਾ ਤਾਂ ਅਸੀਂ ਪੋਲੀਗਨ ਦੀ ਬਾਉਂਡਰੀ ਫੋਲੋ ਕਰਾਂਗੇ, ਜਦੋਂ ਇਨ ਤੋਂ ਆਊਟ ਬਣੂਗਾ ਉਦੋਂ ਅਸੀਂ ਕਲਿੱਪਿੰਗ ਵਿੰਡੋ ਦੀ ਬਾਉਂਡਰੀ ਨੂੰ ਫੋਲੋ ਕਰਾਂਗੇ ਅਸੀਂ ਕਲੌਕਵਾਈਜ਼ 'ਚ, ਕਿਉਂਕਿ ਅਸੀਂ ਕਲੌਕਵਾਈਜ਼ ਦੇ ਰੂਲਸ ਡਿਸਕਸ ਕਰ ਰਹੇ ਹਾਂ, ਠੀਕ ਹੈ। ਤਾਂ ਆਹ ਜਿਹੜੇ ਦੋ ਰੂਲਸ ਨੇ ਨਾ, ਇਹ ਤੁਹਾਡੇ ਦੋ ਰੂਲਸ ਮੇਨ ਨੇ, ਕਲੀਅਰ ਹੈ। ਮਤਲਬ ਉਹਨਾਂ ਨੇ ਕੀ ਕਿਹਾ ਕਿ ਜਦੋਂ ਵੀ ਤੁਸੀਂ ਆਊਟ ਤੋਂ ਇਨ ਜਾ ਰਹੇ ਹੋ, ਤੁਸੀਂ ਪੋਲੀਗਨ ਦੀ ਬਾਉਂਡਰੀ ਫੋਲੋ ਕਰੋ। ਵੇਟ, ਜਿਵੇਂ ਆਹ ਦੇਖੋ, ਮੈਂ ਇੱਥੋਂ ਆਊਟ ਤੋਂ ਇਨ ਜਾ ਰਹੀ ਹਾਂ, ਓਬੀਅਸਲੀ ਇੰਨੇ ਕਿਸੇ ਤੋਂ ਬਾਅਦ 'ਚ ਮੈਂ ਛੱਡੂੰਗੀ ਪੁੱਤ, ਮਤਲਬ ਉਹ ਤਾਂ ਮੈਂ ਇਹਨੂੰ ਫੋਲੋ ਕਰੂੰਗੀ, ਠੀਕ ਹੈ। ਅਤੇ ਜਦੋਂ ਹੀ ਮੈਂ ਆਊਟ ਤੋਂ ਇਨ ਜਾਣ ਲੱਗੂੰਗੀ ਉਦੋਂ ਮੈਂ ਆਊਟ ਜਾਣ ਲੱਗੂੰਗੀ ਉਦੋਂ ਮੈਂ ਪੋਲੀਗਨ ਦੀ ਬਾਉਂਡਰੀ ਨੂੰ ਫੋਲੋ ਨਾ ਕਰਕੇ ਮੈਂ ਵਿੰਡੋ ਦੀ ਬਾਉਂਡਰੀ ਨੂੰ ਫੋਲੋ ਕਰੂੰਗੀ, ਕਲੀਅਰ। ਆਹ ਦੋ ਰੂਲਸ ਨੂੰ ਲੈ ਕੇ ਆਪਾਂ ਐਗਜ਼ਾਮਪਲ ਨਾ ਕਰਦੇ, ਤੁਹਾਡੀ ਬੁੱਕ 'ਤੇ ਐਗਜ਼ਾਮਪਲ ਨਹੀਂ ਦਿੱਤੀ, ਤਾਂ ਇਹ ਚੀਜ਼ ਦੀ ਮੈਂ ਐਗਜ਼ਾਮਪਲ ਨਾ ਕਰਵਾਉਂ, ਤੁਸੀਂ ਨੋਟ ਕਰ ਲਿਓ ਐਗਜ਼ਾਮਪਲ। ਤਾਂ ਆਹ ਇੱਕ ਐਗਜ਼ਾਮਪਲ ਹੈ ਬੇਟਾ, ਜਿਹਦੇ ਵਿੱਚ ਸਾਡੇ ਕੋਲ ਆ ਪੋਲੀਗਨ, ਆਹ ਸਾਡੀ ਕਲਿੱਪਿੰਗ ਬਾਉਂਡਰੀ ਹੈ, ਸਾਡੀ ਮਤਲਬ ਵਿੰਡੋ ਹੈਗੀ, ਠੀਕ ਹੈ। ਆਹ ਸਾਡੇ ਕੋਲ ਸਾਡਾ ਪੋਲੀਗਨ ਬਣਿਆ ਹੋਇਆ, ਪੋਲੀਗਨ ਦੇ ਅਸੀਂ ਵਰਟੈਕਸ ਲਿਖੇ ਹੋਏ ਆ, ਬਟ ਵਰਟੈਕਸ ਤੋਂ ਇਲਾਵਾ ਨਾ ਤੁਸੀਂ ਇੱਕ ਇੰਟਰਸੈਕਸ਼ਨ ਜ਼ਰੂਰ ਲਿਖ ਲਓ, ਜਿੱਥੇ ਇੰਟਰਸੈਕਟ ਕਰ ਰਹੇ ਤੁਹਾਡਾ ਪੋਲੀਗਨ ਤੁਹਾਡੀ ਵਿੰਡੋ ਦੇ ਨਾਲ, ਜਿੱਥੇ ਇੰਟਰਸੈਕਟ ਕਰੂਗਾ ਚਾਰੇ ਬਾਉਂਡਰੀ 'ਚ ਕਿਤੇ ਵੀ, ਸਾਡਾ ਲੈਫਟ ਕਰ ਰਿਹਾ ਕੋਈ ਜ਼ਰੂਰੀ ਨਹੀਂ, ਜਿੱਥੇ ਇੰਟਰਸੈਕਸ਼ਨ ਹੋ ਰਹੀ ਹੈ ਤੁਸੀਂ ਕੀ ਕਰੋ, ਉੱਥੇ ਤੇ I1 I2 ਕਰਕੇ ਇੰਟਰਸੈਕਸ਼ਨ ਪੁਆਇੰਟ ਲਿਖ ਦਿਓ। ਅਸੀਂ ਇਹਨੂੰ I1 ਨਾਮ ਦਿੱਤਾ, ਇਹਨੂੰ I2 ਦਿੱਤਾ, ਇਹਨੂੰ I3 ਦਿੱਤਾ, ਇੱਥੇ I4 ਦਿੱਤਾ, ਓਕੇ। ਫਿਰ ਤੁਸੀਂ ਦੋ ਤਰ੍ਹਾਂ ਦੀਆਂ ਲਿਸਟ ਬਣਾਓ, ਇੱਕ ਦੇ ਵਿੱਚ ਅਸੀਂ ਸਬਜੈਕਟ ਪੋਲੀਗਨ ਅਤੇ ਇੱਕ ਦੇ ਵਿੱਚ ਕਲਿੱਪ ਪੋਲੀਗਨ ਲਿਖਦੇ ਹਾਂ। ਹੁਣ ਜਿਹੜਾ ਸਬਜੈਕਟ ਪੋਲੀਗਨ ਹੈ ਉਹਦੇ ਵਿੱਚ ਤੁਸੀਂ ਕੀ ਕਰਨਾ ਹੈਗਾ, ਇੱਕ ਵਰਟੈਕਸ ਤੋਂ ਸ਼ੁਰੂ ਕਰ ਦਿਓ ਜੋ ਕਿ ਤੁਹਾਡਾ ਮੰਨ ਲਓ ਆਪਾਂ V1 ਤੋਂ ਸ਼ੁਰੂ ਹੋ ਗਿਆ, ਠੀਕ ਹੈ। ਲਿਖੋ ਇਹਨਾਂ ਨੂੰ, ਅਤੇ ਲਿਖਣਾ ਵੀ ਕਿਵੇਂ, ਸਾਰੇ B1 B2 ਨਾਲ ਹੀ ਇੰਟਰਸੈਕਸ਼ਨ ਪੁਆਇੰਟ ਲਿਖਣੇ ਆ, I3 B3 B4 I2 B5 I3 B6 I4 B1, ਠੀਕ ਹੈ। ਆਹ ਸਾਰੇ ਲਿਖ ਲਓ। ਆਹ ਇੱਕ ਆਪਾਂ ਪੂਰੀ ਇੱਕ ਆਪਾਂ ਲਿਸਟ ਇੱਥੇ ਬਣਾ ਲਈ। ਜੋ ਲਿਸਟ ਨੂੰ ਮੈਂ ਕਿਹਾ ਕਿ ਤੁਸੀਂ ਇੱਕ ਵਰਟੈਕਸ ਤੋਂ ਸ਼ੁਰੂ ਹੋ ਜਾਓ ਅਤੇ ਸਾਰੇ ਵਰਟੈਕਸ ਵਿਦ ਇੰਟਰਸੈਕਸ਼ਨ ਪੁਆਇੰਟ ਜਿਵੇਂ ਆ ਰਿਹਾ ਕਲੌਕਵਾਈਜ਼ ਘੁੰਮਦਿਆਂ ਨੂੰ, ਸਾਨੂੰ ਜੋ ਜਿੱਧਰ ਡਾਇਰੈਕਸ਼ਨ ਜਾ ਰਹੀ ਉੱਧਰ ਜਾਈ ਚਲੋ, ਉਸੇ ਅਕੋਰਡਿੰਗ ਸਾਰੇ ਉਤਾਰ ਦਿਓ। ਪਹਿਲਾ ਕੰਮ ਡਨ, ਠੀਕ ਹੈ। ਵਰਟੈਕਸ ਵਿਦ ਇੰਟਰਸੈਕਸ਼ਨ ਕਲੌਕਵਾਈਜ਼। ਦੂਸਰਾ, ਕਲਿੱਪ ਪੋਲੀਗਨ ਦੇ ਵਿੱਚ ਤੁਸੀਂ ਕਲਿੱਪਿੰਗ ਬਾਉਂਡਰੀ ਅਕੋਰਡਿੰਗ ਲਿਖਣਾ ਸ਼ੁਰੂ ਕਰੋ। ਕਲਿੱਪਿੰਗ ਬਾਉਂਡਰੀ ਲਿਖਣੀ ਹੈ, ਜੇ ਕੋਈ ਇੰਟਰਸੈਕਸ਼ਨ ਆਊਗਾ ਉਹ ਲਿਖਣਾ, ਵਰਟੈਕਸ ਨਹੀਂ ਅਸੀਂ ਲਿਖਣੇ ਦੇ ਵਿੱਚ, ਕਲੀਅਰ ਹੈ। ਇਹ ਲਿਖੋ, ਕਲਿੱਪ ਬਾਉਂਡਰੀ ਵਿਦ ਇੰਟਰਸੈਕਸ਼ਨ ਅਸੀਂ ਲਿਖਣੀ, ਇਹ ਵੀ ਕਲੌਕਵਾਈਜ਼। ਹੁਣ ਜਿਵੇਂ ਅਸੀਂ C1 ਤੋਂ ਸ਼ੁਰੂ ਕੀਤਾ, C1 ਆਇਆ, I4 ਆਇਆ, I3 ਆਇਆ, ਰਾਹ 'ਚ I2 ਆਇਆ, ਪੁੱਤ ਦੇਖੀ ਚਲੋ, I2 ਤੋਂ ਬਾਅਦ I3 ਆਇਆ, ਫਿਰ C2 ਆਇਆ, C3 ਆਇਆ, C4 ਆਇਆ, ਵਾਪਸ C1 ਆਇਆ, ਹੈ ਨਾ। ਤਾਂ ਇਹ ਸਾਰੇ ਵੀ ਤੁਸੀਂ ਲਿਖ ਲਓ। ਲਿਖਣੇ ਸੀਕੁਐਂਸ ਦੇ ਵਿੱਚ ਜਿਹੜੀ ਚੀਜ਼ ਤੁਸੀਂ ਧਿਆਨ ਰੱਖਣਾ, ਸੀਕੁਐਂਸ ਉਹ ਫੋਲੋ ਕਰਨੇ ਜੋ ਅਸੀਂ ਉੱਪਰ ਫੋਲੋ ਕੀਤੀ ਸੀ। ਮਤਲਬ ਮੈਂ ਐਂ ਜਾ ਰਹੀ ਹਾਂ ਪੁੱਤ, ਐਂ ਜਾਂਦੇ ਨੂੰ ਮੈਨੂੰ ਕੀ ਚੀਜ਼ਾਂ ਆਈਆਂ ਸੀ ਉਹ ਲਿਖੀ ਚੱਲੋ ਨਾ। ਮੈਨੂੰ C1 ਆਈ, ਫਿਰ I4 ਆਈ, ਫਿਰ I3 ਆਈ, ਫਿਰ I2 ਆਈ, ਫਿਰ I1 ਆਈ, ਫਿਰ C2, ਫਿਰ C3, ਫਿਰ C4, ਫਿਰ C1 ਲਿਖ ਲਿਆ ਸੀ, ਠੀਕ ਹੈ। ਹੁਣ ਇਹ ਦੋਨੇ ਚੀਜ਼ਾਂ ਲਿਖਣ ਤੋਂ ਬਾਅਦ ਫਿਰ ਤੁਹਾਡਾ ਕੰਮ ਸ਼ੁਰੂ ਹੁੰਦਾ। ਹੁਣ ਤੁਸੀਂ ਕੀ ਕਰੋ, ਤੁਹਾਡਾ ਇੰਟਰਸੈਕਸ਼ਨ ਪੁਆਇੰਟ ਲੱਭੋ ਜਾਂ ਉਹ ਵਰਟੈਕਸ ਲੱਭੋ ਜਿਹੜਾ ਆਊਟ ਤੋਂ ਇਨ ਜਾ ਰਿਹਾ, ਉੱਥੋਂ ਸ਼ੁਰੂ ਕਰ ਦਿਓ। ਆਊਟ ਤੋਂ ਇਨ ਸਾਡਾ ਇੱਥੇ ਹੈ, ਤਾਂ ਉਹਦੇ ਇੰਟਰਸੈਕਸ਼ਨ ਪੁਆਇੰਟ ਨੂੰ ਅਸੀਂ ਸਟਾਰਟਿੰਗ ਪੁਆਇੰਟ ਮੰਨ ਲਿਆ, ਠੀਕ ਹੈ। ਸ਼ੁਰੂ ਕਰਤਾ I1 ਤੋਂ, ਇੱਥੇ ਇੰਟਰਸੈਕਸ਼ਨ ਹੋ ਰਹੀ ਹੈ, ਇਸੇ ਰਸਤੇ ਨੂੰ ਫੋਲੋ ਕਰੋ। ਜਿਵੇਂ ਅਸੀਂ ਬੱਚੇ ਨਿੱਕੇ ਹੁੰਦੇ ਗੇਮ ਨਹੀਂ ਖੇਡਦੇ ਸੀ, ਇਸੇ ਰਸਤੇ ਜਾਣਾ, ਅਸੀਂ ਇਸੇ ਰਸਤੇ ਜਾਣਾ,
ਉੱਥੋਂ ਤੱਕ ਚੱਲੀ ਚਲੋ, ਜਿੰਨਾ ਟਾਈਮ ਇਹ ਆਊਟ ਤੋਂ ਇਨ ਤੋਂ ਅਸੀਂ ਸ਼ੁਰੂ ਹੋ ਗਏ, ਇਨ ਹੈਗਾ ਉੱਥੇ ਤੱਕ ਚਲੋ। ਜਿੱਥੇ ਇਹਨਾਂ ਤੋਂ ਆਊਟ ਹੋਣ ਲੱਗੂ ਉੱਥੇ ਕੁਛ ਰੂਲ ਬਦਲਾਂਗੇ। ਕਿਵੇਂ ਬਦਲਾਂ ਦੇਖੋ, I1 ਤੋਂ B3 ਆ, B3 ਤੋਂ B4 ਆ, B4 ਤੋਂ I2 ਆ, I2 ਤੋਂ ਬਾਅਦ ਹੁਣ ਅਸੀਂ ਆਊਟ ਹੋਵਾਂਗੇ, ਇੱਥੇ ਰੁਕ ਜਾਓ। ਯਾਨੀ ਕਿ I1 ਵੀ ਆਊਗਾ, B3 ਵੀ ਆਇਆ, B4 ਵੀ ਆਇਆ, I2 ਆ ਗਿਆ। I2 ਤੇ ਆ ਕੇ ਦਿੱਕਤ ਆ ਗਈ। ਹੁਣ ਇਹ ਹੋ ਰਹੀ ਹੈ ਚੀਜ਼ ਇਨ ਤੋਂ ਆਊਟ, ਉਦੋਂ ਤੁਸੀਂ ਇੱਧਰੋਂ ਛੱਡ ਕੇ ਇੱਧਰਲੀ ਸਾਈਡ ਆ ਜਾਓ। ਉੱਥੇ I2 ਇੱਧਰ ਲੱਭੋ, ਇੱਧਰ ਕਲਿੱਪ ਪੋਲੀਗਨ ਵਾਲੀ ਸਾਈਡ ਕਿੱਥੇ ਆ, ਜਿੱਥੇ ਮਿਲ ਗਿਆ ਉੱਥੇ ਆ ਜਾਓ। ਹੁਣ ਇੱਥੇ ਤੱਕ ਅਸੀਂ ਪਹੁੰਚ ਗਏ ਸੀ, I2 ਤੇ ਆ ਗਏ। I2 ਤੋਂ ਹੁਣ ਤੁਸੀਂ ਪੋਲੀਗਨ ਦੀ ਬਾਉਂਡਰੀ ਫੋਲੋ ਨਾ ਕਰਕੇ ਵਿੰਡੋ ਦੀ ਬਾਉਂਡਰੀ ਫੋਲੋ ਕਰੋ। I2 ਆ ਗਿਆ, I1 ਆ ਗਿਆ, ਇਹਦੇ ਵਿੱਚ ਪਹੁੰਚ ਗਏ। ਉੱਥੇ ਜਿੱਥੋਂ ਚੱਲੇ ਸੀ ਸਟਾਪ ਹੋ ਜਾਓ। ਇੱਕ ਤਾਂ ਹੋ ਗਿਆ, ਚਲੋ ਇੰਨੇ ਹਿੱਸੇ ਦੀ ਸਾਡੀ ਜਿਹੜੀ ਹੈਗੀ ਪ੍ਰੋਸੈਸਿੰਗ ਹੋ ਗਈ ਕਿ ਅਸੀਂ ਇੰਨਾ ਹਿੱਸਾ ਰੱਖਾਂਗੇ। ਹੁਣ ਫਿਰ ਦੁਬਾਰਾ ਚੱਲੋ, ਦੁਬਾਰਾ ਚੱਲ ਕੇ ਫਿਰ ਦੇਖੋ ਕੋਈ ਇੱਦਾਂ ਦਾ ਹੈ ਜਿਹੜਾ ਸਾਡਾ ਆਊਟ ਤੋਂ ਇਨ ਜਾ ਰਿਹਾ। ਹਾਂਜੀ, V5 ਤੋਂ B6 ਆਊਟ ਤੋਂ ਇਨ ਜਾ ਰਿਹਾ, ਅਤੇ I3 ਸਾਡਾ ਜਿਹੜਾ ਹੈ ਪੁਆਇੰਟ ਆ। I3 ਤੋਂ ਸ਼ੁਰੂ ਹੋ ਜਾਓ, I3 ਤੋਂ ਸ਼ੁਰੂ ਹੋਏ B6 ਤੇ ਪਹੁੰਚੇ, B6 ਤੋਂ I4 ਤੇ ਪਹੁੰਚੇ, I4 ਤੇ ਜਾ ਕੇ ਫਿਰ ਇਨ ਤੋਂ ਆਊਟ ਹੋ ਰਹੇ ਆ। ਤਾਂ ਹੁਣ ਤੁਸੀਂ ਪਹੁੰਚੋ I4 ਇੱਧਰ ਕਿੱਥੇ ਆ, ਜਿੱਥੇ ਇੱਥੇ I4 ਉਹਨੂੰ ਫੋਲੋ ਕਰੋ। ਉਹਨੂੰ ਫੋਲੋ ਕੀਤਾ ਤਾਂ ਉਦੋਂ ਗਿਆ I3, ਤਾਂ ਵਾਪਸ ਉੱਥੇ ਆ ਗਈ ਜਿੱਥੋਂ ਤੁਸੀਂ ਸਟਾਰਟ ਕੀਤਾ ਸੀ। ਤਾਂ ਆਸ ਬਣ ਗਈ ਸਾਡੀ ਬਾਉਂਡਰੀ। ਤਾਂ ਨਹੀਂ ਸਾਡੀ ਦੂਜੀ ਕਲਿੱਪਿੰਗ ਵੀ ਹੋ ਗਈ, ਉਹ ਸਾਡਾ ਇੰਨਾ ਇੱਕ ਹਿੱਸਾ ਰਹਿ ਗਿਆ। ਤਾਂ ਹੁਣ ਇਹ ਕਲਿੱਪਿੰਗ ਕਰਨ ਤੋਂ ਬਾਅਦ ਸਾਡੇ ਕੋਲ ਕੁਝ ਇੱਦਾਂ ਬਣ ਕੇ ਆ ਜਾਊਗਾ। ਅਤੇ ਜੇ ਇਹ ਅਸੀਂ ਸਦਰਲੈਂਡ ਦੇ ਅਕੋਰਡਿੰਗ ਕਰਦੇ ਨਾ, ਉਦੋਂ ਉਹਨੇ ਇਹਨਾਂ ਦੇ ਵਿੱਚ ਵੀ ਇੱਕ ਲਾਈਨ ਲਾ ਦੇਣੀ ਸੀ ਦੋਨਾਂ ਦੇ ਵਿੱਚ, ਜੋ ਕਿ ਅਸਲ ਦੇ ਵਿੱਚ ਹੈ ਨਹੀਂ ਸੀ, ਇਹਨਾਂ ਦੇ ਵਿੱਚ ਲਾਈਨ ਹੈ ਨਹੀਂ ਸੀ। ਬਟ ਜਦੋਂ ਅਸੀਂ ਇਹਨੂੰ ਵੇਲਰ ਦੇ ਐਲਗੋਰਿਦਮ ਨਾਲ ਕੀਤਾ ਤਾਂ ਉਹਨੇ ਬਿਲਕੁਲ ਸਹੀ ਜਿਹੜੀ ਕਲਿੱਪਿੰਗ ਕੀਤੀ ਆ। ਤਾਂ ਇਹ ਸਾਡੀ ਕਲਿੱਪਿੰਗ ਦਾ ਮੈਥਡ ਸੀ। ਬਟ ਰਿਪੀਟ ਕਰ ਰਹੀ ਹਾਂ ਬੇਟਾ ਮੈਂ, ਤੁਸੀਂ ਕੀ ਕਰੋ, ਪਹਿਲਾਂ ਤੁਹਾਡੇ ਪੋਲੀਗਨਸ ਵਾਲੀ ਸਾਈਡ ਵਰਟੈਕਸ ਵਿਦ ਇੰਟਰਸੈਕਸ਼ਨ ਪੁਆਇੰਟ ਕਲੌਕਵਾਈਜ਼ ਜਾਂਦੇ ਹੋਏ ਉਤਾਰੋ ਸਾਰੇ। ਕਲਿੱਪਿੰਗ ਵਾਲੀ ਸਾਈਡ ਤੁਸੀਂ ਕਲਿੱਪਿੰਗ ਵਿੰਡੋ ਵਿਦ ਇੰਟਰਸੈਕਸ਼ਨ ਪੁਆਇੰਟ ਉਤਾਰੋ, ਜੋ ਰਸਤੇ 'ਚ ਆ ਰਿਹਾ ਉਤਾਰ ਲਏ। ਫਿਰ ਕੁਛ ਨਹੀਂ, ਕਹੋ ਅੱਜ ਚੱਕੋ ਜਿਹੜਾ ਆਊਟ ਤੋਂ ਇਨ ਜਾ ਰਿਹਾ ਗਾ ਉੱਥੋਂ, ਸੌਰੀ ਪਹਿਲੇ ਵਰਟੈਕਸ ਮਤਲਬ ਆਹ ਸਾਡੀ ਲਿਸਟ ਸੀ ਸਾਡੀ, ਠੀਕ ਹੈ। ਉਦੋਂ ਬਾਅਦ ਆਊਟ ਤੋਂ ਇਨ ਵਾਲਾ ਇੰਟਰਸੈਕਸ਼ਨ ਪੁਆਇੰਟ ਨੂੰ ਚੱਕ ਕੇ ਚੱਲੀ ਚਲੋ ਰਸਤੇ ਫੋਲੋ ਕਰੀ ਚਲੋ, ਜਿੰਨਾ ਟਾਈਮ ਇਨ ਤੋਂ ਆਊਟ ਨਹੀਂ ਹੋ ਰਿਹਾ। ਜਿੱਥੇ ਇਨ ਤੋਂ ਆਊਟ ਹੋ ਰਿਹਾ ਇੱਧਰੋਂ ਛੱਡ ਕੇ ਘੁੰਮਣਾ, ਅਸੀਂ ਇੱਧਰ ਪਹੁੰਚ ਜਾਵਾਂਗੇ। ਅਤੇ ਉਹਨਾਂ ਟਾਈਮ ਚੱਲੀ ਚਲੋ ਜਿੰਨਾ ਟਾਈਮ ਸਾਨੂੰ ਸਟਾਰਟਿੰਗ ਪੁਆਇੰਟ ਸਾਡਾ ਮਿਲਦਾ ਨਹੀਂ। ਇਸ ਅਕੋਰਡਿੰਗ ਜਿਹੜੀ ਇਹ ਕਲਿੱਪਿੰਗ ਕੀਤੀ ਜਾਊਗੀ। ਇਹ ਸੀ ਸਾਡੀ ਵੇਲਰ ਦੀ ਐਲਗੋਰਿਦਮ, ਜਿਹਦੀ ਥਿਊਰੀ ਤੁਹਾਡੀ ਖੁਦ ਦੀ ਬੁੱਕ ਵੀ ਕਵਰ ਕਰ ਰਹੀ ਹੈ, ਬਟ ਐਗਜ਼ਾਮਪਲ ਨਹੀਂ ਸੀ ਕਵਰ ਕਰ ਰਹੇ, ਜੋ ਤੁਸੀਂ ਇਸ ਤੋਂ ਕਵਰ ਕਰਨੀ ਹੈ। ਥੈਂਕ ਯੂ।